चंगा। ਉਹਦਾ जाप करी जा, रोग थोड़ा ही हटना। वैद वैद कह रोग हटत ना काहू को, द्रब द्रब कह किते द्रब ना बिलास है। कोई गरीब पैसा 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 कही जावे, ਉਹਦੇ ਘਰੇ खजाने नहीं भरते। साध संगत ਉਹਦੇ घरे खजाने नहीं भरते। इस तरह चंदन चंदन कहे आवे ना सवास वास। कोई गंदगी के ढेरां ते जिथे सीवरेज का पानी खड़दा गंदा, उत्थे चंदन का जाप करी जावे तो चंदन की सुगंधी नहीं आउंदी जब तक चंदन के कोले नहीं जाता। चंदन चंदन कहे आवे ना सवास वास। दसदे ने साध संगत जीओ, चंद चंद कहे उजियारो ना प्रकाश है। चंद्रमा चंद्रमा कहे तो चानण नहीं होना। हनेरे दे विच खड़ के चंद्रमा का जाप करी जा। तैसे ज्ञान गोष्ठ कहत ना रहत पावै, करनी प्रधान भान उदों आकाश है। गल्लां दे नाल रब कोले नहीं पहुँचया जांदा भाई, क्योंकि करनियां गल्लां दे ऐसे लोगन स्यों क्यों कही है। ਇਹੋ ਜਿਹੇ ਭੈੜੇ ਲੋਕਾਂ ਨੂੰ ਕੀ ਆਖੀਏ, ਉਹਨਾਂ ਨਾਲ ਕੀ ਮੱਥਾ ਲਾਈਏ ਭਾਈ। ਜੋ ਪ੍ਰਭ ਕੀਏ ਭਗਤ ਤੇ ਬਾਹਜ, ਤਿਨ ਕੇ ਸਦਾ ਡਰਾਨੇ ਰਹੀ ਹੈ। ਜਿਨ੍ਹਾਂ ਨੂੰ ਪਰਮਾਤਮਾ ਨੇ ਆਪਣੀ ਭਗਤੀ ਕਰਾਉਣ ਤੋਂ ਬਾਹਰ ਹੀ ਕਰ ਦਿੱਤਾ, ਉਹਨਾਂ ਦੁਸ਼ਟਾਂ ਪਾਸੋਂ ਤਾਂ ਹਮੇਸ਼ਾ ਡਰਦੇ ਹੀ ਰਹਿਣਾ ਚਾਹੀਦਾ। ਜਿਹੜਾ ਬੰਦਾ ਹੁਣ ਰੱਬ ਨੂੰ ਗਾਲਾਂ ਕੱਢ ਲੈਂਦਾ, ਗੁਰੂ ਘਰ ਨੂੰ ਨਹੀਂ ਬਖਸ਼ਦਾ, ਸੰਤ ਮਹਾਤਮਾ ਨੂੰ ਨਹੀਂ, ਬੰਦਗੀ ਕਰਨ ਵਾਲਿਆਂ ਨੂੰ, तो साध संगत जी अपनी भी इज्जत ला लैंदा तो दूसरे की भी इज्जत लाने की कोशिश करता। कई बंदे तुसीं देखोगे ना, अपनी इज्जत लई होंदी तो दूजे की भी लाने की कोशिश करता। इस करके साध संगत होरनां की इज्जत लाउण लई तैयार रहंदे ने लोग। वो फिर कौन ने? वो इहो ਜਿਹੇ लोग ने, कबीर साहब दसदे ने, हर सुन है ना हर गुण गाव है। ना तो भाई वो मंदा बंदा है ਜਿਹੜਾ ਕੁਸੰਗੀ आदमी है, कदे गुरुद्वारे तो आना नहीं, सत्संग करनी नहीं, बाणी पढ़नी नहीं, किसी सियाणे गुरसिख की सज्जन संत महात्मा की कोई गल नहीं करनी। वो हरी जस कन्नां नाल सुनते हैं तो जीभा नाल गाउंदे, ना ही गाउंदे ने, ना जपदे ने, ना सुनते ने। तुसीं आम बंदे वेखोगे ना, सियाणे बंदियां च आके बह जू तो दूजिਆਂ ਨੂੰ गल नहीं करन दिंदा, अपना घोड़ा विच भजाई जाऊगा बार 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 बार। गल कोई आउंदी नहीं हुंदी, जबड़ियां मारी जांदा है। महाराज कहंदे हरी दा जस ना सुनदा ना ही गाउंदा है, बातन ही असमान गिराव। बस गल्लां गल्लां दे नाल ही असमान नूं गिरा दिंदा। सुरग है नरक है, ना नरक है ना सुरग है कोई। ऐसे लोगन स्यों क्या ਇਹੋ कहिए। ਜਿਹੇ ਭੈੜੇ ਲੋਕਾਂ ਨੂੰ ਕੀ ਕਹੀਏ ਭਾਈ। जो प्रभ किए भगत ते बाहज। ਜਿਹੜਾ ਕੁਝ ਭਗਤੀ ਤੋਂ, ਜਿਹੜਾ ਰੱਬ ਨਹੀਂ ਪਰਮਾਤਮਾ ਨੇ ਭਗਤੀ ਤੋਂ ਬਾਹਰ ਕੀਤਾ ਹੈ, जिन ते सदा डराने रहिए। ਇਹਨਾਂ ਲੋਕਾਂ ਤੋਂ ਤਾਂ ਭਾਈ ਡਰ ਕੇ ਰਹੀਏ ਦੂਰ ਦੀ। ਕਬੀਰ ਸਾਖਤ ਸੰਗ ਨਾ ਕੀਜੀਏ, ਦੂਰਹਿ ਜਾਈਏ ਭਾਗ। ਪਾਸੇ ਦੂਰ ਦੀ ਲੰਘ ਜੇ ਜਿਹੜਾ ਰੱਬ ਦਾ ਹੀ ਵਿਰੋਧੀ ਹੈ, ਜਿਹੜਾ ਸਾਧੂ ਮਹਾਤਮਾ ਦਾ, ਬੰਦਗੀ ਕਰਨ ਵਾਲਿਆਂ ਦਾ, ਹਰ ਚੰਗੇ ਕੰਮ ਦਾ, ਹਰ ਸਮਾਜਿਕ ਸਾਧ ਸੰਗਤ ਜੀ ਉਹ ਭਲੇ ਦਾ ਵਿਰੋਧੀ ਹੋਵੇ, ਇਹੋ ਜਿਹੇ ਲੋਕਾਂ ਦੇ ਤਾਂ ਦਰਸ਼ਨ ਵੀ ਨਹੀਂ ਕਰਨੇ ਚਾਹੀਦੇ। रहाओ ਵਿਸਰਾਮ ਦੇ ਕੇ ਦੱਸਦੇ ਹਨ, आप न देहे चूरू भर पानी। ਮੈਂ ਦੇਖਿਆ ਵੀ ਬੰਦੇ ਨੇ ਆਪ ਤੱਕ ਦੇ ਇੱਕ ਚੂਲੀ ਪਾਣੀ ਦੀ ਨਹੀਂ ਦੇਣੀ ਹੁੰਦੀ। ਆਪ ਤਾਂ ਕਦੇ ਕਿਸੇ ਨੂੰ ਚੂਲੀ ਪਾਣੀ ਦੀ ਘਰੋਂ ਪਿਆ ਨਹੀਂ ਸਕਦਾ। ਇੱਕ ਪਾਣੀ ਦਾ ਗਲਾਸ ਕੀ ਇੱਕ ਚੂਲੀ ਪਾਣੀ ਦੀ ਨਹੀਂ ਪਿਆ ਸਕਦਾ। देह निंद है जेह गंगा आनी। ਉਹ ਨਿੰਦਿਆ ਉਹਦੀ ਕਰਦਾ ਜਿਹੜੇ ਭਗੀਰਥ ਨੇ ਮਾਤ ਲੋਕ ਤੇ ਗੰਗਾ ਲਿਆ ਕੇ ਐਡਾ ਵੱਡਾ ਪਰਉਪਕਾਰ ਕੀਤਾ ਸੀ। ਕਹਿਣ ਤੋਂ ਭਾਵ ਹੈ ਇੱਥੇ ਤੁਸੀਂ ਆਪਣੇ ਗੁਰੂ ਘਰ ਤੇ ਲਾ ਲਓ। ਮੇਰੇ ਵਰਗੇ ਨੇ ਦੇਣੇ ਤਾਂ 5 ਪੈਸੇ ਨਹੀਂ, 5 ਪੈਸੇ ਨਹੀਂ ਦੇਣੇ ਹੁੰਦੇ। ਸਕੀਮ ਪਹਿਲਾਂ ਤਾਂ ਕਰਨਗੇ ਨਿੰਦਾ। ਉਹ ਗੁਰਦੁਆਰੇ ਲੱਖਾਂ ਕਰੋੜਾਂ ਰੁਪਈਆ ਆਉਂਦਾ, ਕਿੱਧਰ ਜਾਂਦਾ ਸਾਧ ਸੰਗਤ, ਕਿੱਧਰ ਜਾਂਦਾ? ਉਹਨੂੰ ਇਹ ਨਹੀਂ ਪਤਾ ਵੀ ਕੀ ਕਿੱਥੋਂ ਆਉਂਦਾ, ਕੀ ਕਿੱਥੇ ਜਾਂਦਾ। ਕਦੇ ਕੋਈ ਗੱਲ ਦੀ ਸਮਝ ਨਹੀਂ। ਸਾਧ ਸੰਗਤ ਜੀਓ, ਗੱਲਾਂ ਦੇ ਨਾਲ ਬੜੀਆਂ ਗੱਲਾਂ। ਅਤੇ ਆਪ ਜੇ ਕਹਦੇ ਵੀ ਤੂੰ ਕਿੰਨੇ ਕੁ ਲੱਖ ਰੁਪਈਆ ਦਿੱਤਾ ਹੈਗਾ, ਤੂੰ ਕਿੰਨੇ ਕੁ ਲੱਖ ਦਿੱਤਾ, ਜਾਂ ਫਿਰ ਸਕੀਮਾਂ ਦੱਸਣਗੇ ਇੱਥੇ ਜੀ ਫਲਾਣੇ ਗੁਰਦੁਆਰੇ ਆਹ ਬਣਿਆ, ਇੱਥੇ ਆਹ ਚਾਹੀਦਾ, ਆਹ ਬਣਿਆ, ਇੱਥੇ ਆਹ ਚਾਹੀਦਾ।
ਬਈ ਉਹਦੇ ਤੇ 50 ਲੱਖ ਰੁਪਈਆ ਲੱਗਣਾ ਹੈ ਤੇ ਤੂੰ ਕਿੰਨੇ ਦਿੰਨਾ? 10 ਲੱਖ ਰੁਪਈਆ ਦਿੰਨਾ ਤੂੰ। ਜਾਣੀ ਇੱਥੇ ਕਬੀਰ ਸਾਹਿਬ ਕਹਿੰਦੇ ਆਪ ਨਾ ਦੇਹ ਚੂਰੂ ਭਰ ਪਾਨੀ ਤਿੰਨ ਨਿੰਦਾ ਹੈ ਜੇ ਗੰਗਾ ਆਨੀ। ਜਿਹੜੇ ਵਿਚਾਰੇ ਦਿਨ ਰਾਤ ਸੇਵਾ ਕਰਦੇ ਨੇ, ਆਪਣਾ ਆਪ ਇੰਨੀ ਧੁੱਪ, ਇੰਨੀ ਗਰਮੀ, ਇੰਨੀ ਤਪਸ਼ ਦੇ ਵਿੱਚ, ਔਰ ਸਾਧ ਸੰਗਤ ਜੀ ਸੇਵਾ ਕਰਨੀ ਕਿਤੇ ਸੌਖੀ ਪਈ ਹੈ? ਅਸੀਂ ਨਿਕਲਦੇ ਹਾਂ ਘਰਾਂ 'ਚੋਂ ਬਾਹਰ। ਇਸ ਕਰਕੇ ਨਿੰਦਿਆ ਉਹਨਾਂ ਦੀ ਕਰਦਾ ਜਿਹਨੇ ਸਾਧ ਸੰਗਤ ਜੀ ਦੇਖੋ ਵੱਡੇ ਵੱਡੇ ਸੰਤ ਮਹਾਂਪੁਰਖ ਨੇ, ਪਰਉਪਕਾਰੀ ਨੇ। ਕੋਈ ਵੱਡੇ ਵੱਡੇ ਸਕੂਲ ਬਣਾਉਂਦਾ ਹੈ, ਕੋਈ ਕਾਲਜ ਬਣਾਉਂਦਾ ਹੈ, ਕੋਈ ਨਦੀਆਂ ਦੇ ਪੁਲ ਬਣਾਉਂਦਾ ਹੈ, ਕੋਈ ਭਾਈ ਆ ਕੋਵਿਡ ਦੇ ਸੈਂਟਰ ਹੈ, ਹੁਣ ਕਰੋਨਾ ਦੀ ਬਿਮਾਰੀ ਚੱਲਦੀ ਹੈ, ਕੋਈ ਲੰਗਰ ਚਲਾਉਂਦਾ ਹੈ, ਕੋਈ ਕਿਸ ਤਰ੍ਹਾਂ ਉਹ ਸੇਵਾਵਾਂ ਕਰਨੀਆਂ। ਗੱਲਾਂ ਮਾਰਨੀਆਂ ਬੜੀਆਂ ਸੌਖੀਆਂ ਨੇ, ਤੇ ਪਰ ਸੇਵਾ ਕਰਨੀ, ਨਿੰਦਿਆ ਕਰਨੀ ਕੀ ਜੀਭ ਹਿਲਾ ਦੇਣੀ ਹੈ, ਮੂੰਹ ਹਿਲਾ ਦੇਣਾ। ਸਾਧ ਸੰਗਤ ਜੀਓ, ਸੋ ਸਤਿਗੁਰੂ ਕਹਿੰਦੇ ਨੇ ਆਪ ਦੇ ਘਰੋਂ ਇੱਕ ਚੂਲੀ ਪਾਣੀ ਦੀ ਨਹੀਂ ਦੇ ਸਕਦਾ, ਨਿੰਦਿਆ ਉਹਨਾਂ ਦੀ ਕਰਦਾ ਭਗੀਰਥ ਵਰਗਿਆਂ ਦੀ, ਜਿਨ੍ਹਾਂ ਨੇ ਮਾਤ ਲੋਕ ਵਿੱਚ ਗੰਗਾ ਲਿਆ ਕੇ ਪਰਉਪਕਾਰ ਕੀਤਾ ਹੈ। ਬੈਠਤ ਉਠਤ ਕੁਟਿਲਤਾ ਚਾਲ ਹੈ। ਇਹ ਸਾਧ ਸੰਗਤ ਜੋ ਇਹੋ ਜਿਹੇ ਲੋਕ ਬਹਿੰਦੇ ਆ ਉੱਠਦੇ ਆ, ਚਾਰ ਬੰਦਿਆਂ 'ਚ ਬਹਿ ਜਾਣਗੇ ਨਾ, ਕੁਟਿਲਤਾਈਆਂ ਕਹਿੰਦੇ ਨੇ, ਉਲਟ ਗੱਲਾਂ ਕਰਨਗੇ, ਕੁਟਲ ਨੀਤੀ ਦੀਆਂ ਗੱਲਾਂ ਕਰਨਗੇ, ਹਰ ਵਕਤ ਵਿਰੋਧ ਦੀ ਗੱਲ ਕਰਨਗੇ। ਆਪ ਗਏ ਔਰਨ ਹੂ ਕਾਲ ਹੈ। ਕਹਿੰਦੇ ਆਪ ਤਾਂ ਸੰਸਾਰ ਦੇ ਪਾਸੋਂ, ਰੱਬ ਦੇ ਪਾਸੋਂ, ਪਰਉਪਕਾਰ ਪਾਸੋਂ ਗਏ, ਤੇ ਸੰਸਾਰ ਵੱਲ ਵੀ ਘੱਲ ਹੈ ਪਾਉਂਦੇ ਹਨ। ਛਾੜ ਕੋ ਚਰਚਾ ਆਨ ਨਾ ਜਾਣ ਹੈ। ਬਸ ਉਹਨਾਂ ਨੇ ਜਿੱਥੇ ਬਹਿ ਗਏ ਜਿੱਦ ਕਰਨੀ ਹੈ, ਜਿੱਦ ਕਰਨੀ ਹੈ। ਛਾੜ ਕੋ ਚਰਚਾ ਆਨ ਨਾ ਜਾਣਾ। ਗੁਰਬਾਣੀ ਬਾਰੇ ਤਾਂ ਪਤਾ ਨਹੀਂ ਹੁੰਦਾ, ਰੱਬ ਦੇ ਪਿਆਰ ਬਾਰੇ ਤਾਂ ਪਤਾ ਨਹੀਂ ਹੁੰਦਾ। ਸਾਡ ਕੋ ਚਰਚਾ ਆਨ ਨਾ ਜਾਣਾ ਹੈ। ਕਹਿੰਦੇ ਖੋਟੀ ਚਰਚਾ ਨੂੰ ਮੁੱਖ ਰੱਖਦਿਆਂ ਜਿੱਥੇ ਬੈਠਣਾ ਚਾਰ ਬੰਦਿਆਂ 'ਚ ਕੁਚਰਚਾ ਤੇ ਨਿੰਦਿਆ ਹੀ ਕਰਨੀ ਹੈ। ਬ੍ਰਹਮਾ ਹੂ ਕੋ ਕਹਿਓ ਨਾ ਮਾਨ ਹੈ। ਕਹਿੰਦੇ ਭਲਿਓ ਲੋਕੋ ਤਾਂ ਰੱਬ ਨੂੰ ਵੀ ਨਹੀਂ ਮੰਨਦਾ, ਉਹ ਤਾਂ ਬ੍ਰਹਮਾ ਨੂੰ ਵੀ ਨਹੀਂ। ਬ੍ਰਹਮਾ ਹੂ ਕੋ ਕਹਿਓ ਨਾ ਮੰਨ ਹੈ। ਬ੍ਰਹਮਾ ਵਰਗੇ, ਵਿਸ਼ਨੂੰ ਵਰਗੇ ਵੱਡੇ ਵੱਡੇ ਜਿਹੜੇ ਲੋਕ ਨੇ ਸਾਧ ਸੰਗਤ ਜੀਓ, ਉਹ ਚੰਗੇ ਕਰਮ ਕਰਦੇ ਨੇ, ਪਰ ਉਹਨਾਂ ਨੂੰ ਵੀ ਨਹੀਂ ਮੰਨਦੇ। ਤਾਂ ਆਪ ਗਏ ਔਰ নহੂ ਖੋਵ ਹੈ। ਲਓ ਹੁਣ ਇੱਥੇ ਰਿਜ਼ਲਟ ਕਰਤਾ ਕਬੀਰ ਸਾਹਿਬ ਨੇ। ਕਹਿੰਦੇ ਆਪ ਤਾਂ ਗਏ ਗੁਜਰੇ ਹੈਗੇ ਹੀ ਨੇ, ਤੇ ਹੋਰਨਾਂ ਨੂੰ ਵੀ ਖਰਾਬ ਕਰਕੇ ਖਵਾਉਂਦੇ ਨੇ। ਅਸਲ ਵਿੱਚ ਜਿਹੜਾ ਇਹੋ ਜਿਹੇ ਬੰਦੇ ਦੀ ਸੰਗਤ ਕਰਦਾ ਹੈ ਨਾ, ਇਹ ਕਬੀਰ ਸਾਹਿਬ ਉਹਨਾਂ ਠੱਗ ਬ੍ਰਾਹਮਣਾਂ ਦੇ ਪ੍ਰਤੀ ਕਹਿੰਦੇ ਨੇ ਆਪ ਗਏ ਔਰ ਨੂੰ ਖੋਵੈ। ਆਪ ਤਾਂ ਗਏ ਸਾਧ ਸੰਗਤ ਜੀ, ਕਹਿੰਦੇ ਹੋਰਨਾਂ ਨੂੰ ਵੀ ਖਵਾਉਂਦੇ, ਭਾਵ ਕੇ ਵਿਗਾੜਦੇ ਨੇ। ਆਗ ਲਗਾਏ ਮੰਦਰ ਮਹਿ ਸੋਵ ਹੈ। ਇਹਨਾਂ ਦੀ ਤਾਂ ਉਹ ਗੱਲ ਹੋ ਗਈ ਭਾਈ, ਕਹਿੰਦੇ ਆਪ ਤਾਂ ਇਹ ਹੋਇਆ ਵੀ ਆਪਣੇ ਘਰ ਨੂੰ ਅੱਗ ਲਾ ਕੇ ਤੇ ਜਿੰਦਰਾ ਲਾ ਕੇ ਜਾਂ ਕੁੰਡਾ ਲਾ ਕੇ ਅੰਦਰੋਂ ਆਪ ਹੀ ਅੰਦਰ ਸੌਂ ਗਏ। ਆਗ ਲਗਾਏ ਮੰਦਰ ਮਹਿ ਸੋਵੈ। ਤ੍ਰਿਸ਼ਨਾ ਰੂਪੀ ਅੱਗ ਲਗਾ ਕੇ ਸਰੀਰ ਰੂਪੀ ਮੰਦਰ ਵਿੱਚ ਸੁੱਤੇ ਨੇ। ਔਰ ਸਤਿਗੁਰੂ ਕਹਿੰਦੇ ਜਿਵੇਂ ਕੋਈ ਸੁੱਤਾ ਪਿਆ ਹੋਵੇ, ਆਪਣੇ ਘਰ ਨੂੰ ਅੱਗ ਲਾ ਕੇ ਤੇ ਸੌਂ ਜਾਵੇ ਉਸੇ ਘਰ ਦੇ ਵਿੱਚ, ਫਿਰ ਕਿੱਡੀ ਕੁ ਸਿਆਣਪ ਹੈ ਉਹਦੀ। ਮੇਰੇ ਸਾਈਂ ਕਹਿੰਦੇ ਨੇ ਇਹ ਲੋਕਾਂ ਦਾ ਉਹ ਕੰਮ ਹੋਇਆ ਪਿਆ ਹੈ। ਆਵਰਨ ਹਸਤ ਆਪ ਹੈ ਕਾਨੇ। ਐਸੇ ਉਲਟੇ ਲੱਛਣਾਂ ਵਾਲੇ ਪੁਰਸ਼ ਨੇ ਨਾ ਜਿਹੜੇ ਆਵਰਨ ਹਸਤ, ਹੋਰਨਾਂ ਨੂੰ ਹੱਸਦੇ ਨੇ ਤੇ ਆਪਣੇ ਪੱਲੇ ਸਾਧ ਸੰਗ ਕੁਛ ਹੈ ਨਹੀਂ ਹੈ। ਵਿਵਹਾਰਕ, ਪਰਮਾਰਥਕ, ਸੰਸਾਰਕ ਕੁਛ ਵੀ ਭਲੇ ਦੀ ਗੱਲ ਨਹੀਂ ਹੈ। ਦਿਨ ਕੋ ਦੇਖ ਕਬੀਰ ਲਜਾਨੇ। ਕਬੀਰ ਸਾਹਿਬ ਕਹਿੰਦੇ ਅਸੀਂ ਤਾਂ ਇਹਨਾਂ ਲੋਕਾਂ ਨੂੰ ਦੇਖ ਕੇ ਅੱਖਾਂ ਮੀਚ ਲੈਂਦੇ ਹਾਂ ਜੀ, ਪਾਸੇ ਮੂੰਹ ਕਰ ਲੈਂਦੇ ਹਾਂ। ਇਹਨਾਂ ਦਾ ਕੀ ਕਰੀਏ? ਜਿਹੜੇ ਮਹਾਰਾਜ ਕਹਿੰਦੇ ਓਏ ਵਿਚਾਰੇ ਕਿਆ ਕਰਹਿ ਜਾਂ ਭਾਗ ਧੁਰ ਮੰਦੇ। ਆਵਰਨ ਹਸਤ ਆਪ ਹੈ ਕਾਨੇ। ਐਸੇ ਉਲਟ ਲੱਛਣਾਂ ਵਾਲੇ ਪੁਰਸ਼ ਨੂੰ ਕਬੀਰ ਸਾਹਿਬ ਕਹਿੰਦੇ ਨੇ ਆਵਰਨ ਹਸਤ, ਹੋਰਨਾਂ ਨੂੰ ਹੱਸਦੇ ਨੇ ਪਰ ਆਪ ਕਾਣੇ ਹਨ। ਜਿਹੜਾ ਬੰਦਾ ਆਪ ਕਾਣਾ ਹੈ ਨਾ, ਉਹ ਦੂਜਿਆਂ 'ਤੇ ਬੜੇ ਛੇਤੀ ਉਂਗਲਾਂ ਉਠਾਉਂਦਾ, ਕਿਉਂਕਿ ਇਹਨਾਂ ਦੀ ਇੱਕ ਵਿਵਹਾਰਕ ਅੱਖ ਹੈ, ਇੱਕ ਪਰਮਾਰਥਕ ਅੱਖ ਹੈ। ਕਬੀਰ ਜੀ ਕਥਨ ਕਰਦੇ ਨੇ ਐਸੇ ਪੁਰਸ਼ਾਂ ਨੂੰ ਦੇਖ ਕੇ ਸ਼ਰਮ ਆਉਂਦੀ ਹੈ ਭਾਈ, ਸਾਨੂੰ ਤਾਂ ਕੀ ਕਹੀਏ ਇਹਨਾਂ ਲੋਕਾਂ ਨੂੰ। ਰਾਗ ਗੌੜੀ ਬੈਰਾਗਣ ਕਬੀਰ ਜੀ। ਗੌੜੀ ਕਬੀਰ ਜੀ, ਬੈਰਾਗਣ ਇੱਕ ਜਾਤੀ ਦਾ ਨਾਮ ਹੈ, ਗੌੜੀ ਕੀ ਜਾਤੀ ਦਾ। ਕਬੀਰ ਸਾਹਿਬ ਇੱਕ ਅਦਵੈਤ ਰੂਪ ਅਕਾਲ ਪੁਰਖ ਓਅੰਕਾਰ, ਉਸ ਵਾਹਿਗੁਰੂ ਦਾ ਪਸਾਰਾ, ਸਤਿਗੁਰ ਪ੍ਰਸਾਦ। ਤਿੰਨਾਂ ਕਾਲਾਂ ਵਿੱਚੋਂ ਪਹਿਲਾਂ ਵੀ ਸਤ ਸੀ, ਹੁਣ ਵੀ ਸਤ ਹੈ, ਅੱਗੇ ਨੂੰ ਵੀ ਸਤ ਹੋਵੇਗਾ।
ਗੁਰ ਉਹ ਚੇਤਨ ਸਰੂਪ ਹੈ, ਹਨੇਰੇ ਤੋਂ ਪ੍ਰਕਾਸ਼ ਕਰਨ ਵਾਲਾ। ਪ੍ਰਸਾਦ ਉਹ ਆਨੰਦ ਸਰੂਪ, ਕਿਰਪਾ ਦਾ ਵਾਚਕ ਹੈ। ਹੁਣ ਇੱਥੇ ਸਾਧ ਸੰਗਤ ਜੀ ਕੀ ਕਰਦੇ ਨੇ, ਇੱਥੇ ਕਬੀਰ ਸਾਹਿਬ ਦੱਸਦੇ ਨੇ, ਕਹਿੰਦੇ ਜਿਹੜੇ ਪੁਰਸ਼ ਆਪਣੇ ਜਿਉਂਦੇ ਮਾਂ-ਬਾਪ ਦੀ ਸੇਵਾ ਨਹੀਂ ਕਰਦੇ, ਆਪਣੇ ਜਿਉਂਦੇ ਮਾਂ-ਬਾਪ ਦੀ ਸੇਵਾ ਨਹੀਂ ਨਾ ਕਰਦੇ, ਜਦੋਂ ਮਰ ਜਾਂਦਾ ਉਹਦੀ ਛਾਤੀ 'ਤੇ ਘਿਓ ਡੋਲਣਗੇ, ਉਹਨੂੰ ਚੰਦਨ ਦੀ ਚਿਤਾ ਵਿੱਚ ਪਾਉਣਗੇ, ਬੜੇ ਪਖੰਡ ਕਰਨਗੇ, ਰੋਣਗੇ, ਉੱਤੇ ਲਿਟਣਗੇ, ਆਹ ਕਰਨਗੇ, ਵਾਹ ਕਰਨਗੇ। ਕਬੀਰ ਸਾਹਿਬ ਕਹਿੰਦੇ ਜਿਉਂਦੇ ਨੂੰ ਤਾਂ ਕਦੇ ਝੁੱਗਾ ਨਹੀਂ ਲਿਆ ਕੇ ਦਿੱਤਾ, ਜਿਉਂਦੇ ਨੂੰ ਕਦੇ ਕੋਈ ਜੋੜਾ ਜੁੱਤੀ ਨਹੀਂ, ਦਵਾਈ ਬੂਟੀ ਨਹੀਂ, ਕਦੇ ਸਾਧ ਸੰਗਤ ਜੀਓ ਆਪਣੇ ਮਾਂ-ਬਾਪ ਦਾ ਸਤਿਕਾਰ ਹੋ। ਅਤੇ ਫਿਰ ਸਾਧ ਸੰਗਤ ਜੀਓ ਅੱਗੇ ਜਦੋਂ ਮਰ ਗਿਆ ਉਦੋਂ ਫਿਰ ਮੈਂ ਜੀ 10ਵੀਂ 'ਤੇ ਸਾਡੇ ਵੱਡਿਆਂ ਦੀ ਸਮਾਧ 'ਤੇ ਜਾਣਾ, ਉੱਥੇ ਲੱਸੀ ਪਾ ਕੇ ਆਉਣੀ ਹੈ, 10ਵੀਂ ਦੀ ਰੋਟੀ ਖਵਾਉਣੀ ਹੈ ਜੀ, ਇਕਾਦਸ਼ੀ ਦੀ ਰੋਟੀ ਖਵਾਉਣੀ ਹੈ ਜੀ। ਕਬੀਰ ਸਾਹਿਬ ਕਹਿੰਦੇ ਉਹ ਭਲਿਆ ਲੋਕਾ ਜਿਉਂਦੇ ਨੂੰ ਤਾਂ ਕਦੇ ਪਾਣੀ ਦਾ ਗਲਾਸ ਨਹੀਂ ਦਿੱਤਾ। ਮੈਂ ਜੀ ਹੁਣ ਸਰਾਧਾਂ ਦੇ ਵਿੱਚ 15 ਦਿਨ ਸਾਡੇ ਸਾਰੇ ਜਿੰਨੇ ਪਿੱਤਰ ਨੇ ਉਹਨਾਂ ਦੇ ਸਰਾਧ ਕਰਦਾ। ਕਬੀਰ ਸਾਹਿਬ ਇਹਨੂੰ ਸਮਝਾਉਂਦੇ ਨੇ, ਜੀਵਤ ਪਿਤਰ ਨ ਮਾਨੈ ਕੋ ਮੂਏ ਸਰਾਧ ਕਰਾਹੀ। ਕਹਿੰਦੇ ਉਹ ਤਾਂ ਵਿਚਾਰਾ ਪਾਣੀ ਦੀ ਘੁੱਟ ਨੂੰ, ਕੱਪੜਿਆਂ ਨੂੰ, ਜੁੱਤੀ ਜੋੜੇ ਨੂੰ ਤਰਸਦਾ ਮਰ ਗਿਆ। ਸਾਧ ਸੰਗਤ ਜੀ ਉਹ ਪਤਾ ਨਹੀਂ ਕਿੱਥੇ ਜਾ ਕੇ ਉਹਦੀ ਜਾਨ ਨਿਕਲੀ, ਨੱਕ ਡੋਬ ਕੇ ਮਰ ਜਾ ਜੇ ਤੇਰਾ ਮਾਂ-ਬਾਪ ਇਸ ਤਰ੍ਹਾਂ ਦਾ ਧੱਕੇ ਖਾਂਦਾ ਫਿਰਦਾ। ਤੂੰ ਸਾਧ ਸੰਗਤ ਜਿਉਂਦਿਆਂ ਨੂੰ ਤਾਂ ਕਦੇ ਰੋਟੀ ਕੱਪੜਾ ਤਰਸ ਖਾ ਕੇ ਕੁਝ ਦਿੱਤਾ ਨਹੀਂ, ਉਹਨਾਂ ਦੀ ਮੰਨਤਾ ਕੀਤੀ ਨਹੀਂ, ਮੂੰਹੇ ਸਰਾਧ ਕਰਾਹੀ। ਮਰਿਆ ਪਿੱਛੋਂ ਦਿਖਾਵੇ ਲਈ ਲੋਕਾਂ ਨੂੰ ਵੀ ਮੈਨੂੰ ਲੋਕ ਦੇਖਣੇ, ਮਾਂ ਪਿਓ ਦੇ ਪਾਠ ਕਰਾਉਂਦਾ, ਜੱਗ ਕਰਦਾ, ਉਹਨਾਂ ਸਰਾਧਾਂ ਦਾ ਕੀ ਫਾਇਦਾ ਕਰਾਉਣ ਦਾ। ਪਿਤਰ ਭੀ ਬਾਪੁਰੇ ਕਹੋ ਕਿਉਂ ਪਾਵ ਹੈ, ਕਊਆ ਕੂਕਰ ਖਾਹੀ। ਉਹ ਕਹਿੰਦੇ ਨਲਾਇਕ ਪੁੱਤਰ ਧੀਆਂ ਨੂੰ ਕਹਿੰਦੇ ਨੇ ਨਲਾਇਕੋ ਪਿਤਰ ਭੀ ਬਾਪੁਰੇ ਕਹੋ ਕਿਆ ਪਾਵ ਹੈ। ਕਹਿੰਦੇ ਵਿਚਾਰੇ ਪਿੱਤਰ ਵੀ ਉਸ ਨਲਾਇਕ ਪੁੱਤਰ ਦੇ ਕੀਤੇ ਹੋਏ ਸਰਾਧ ਨੂੰ ਕਿਵੇਂ ਪਾ ਸਕਦੇ ਨੇ। ਉਹ ਕਹਿਣਗੇ ਪਹਿਲਾਂ ਤਾਂ ਸਾਡੇ ਉੱਥੇ ਛਿੱਤਰ ਮਾਰਦਾ ਰਿਹਾ, ਕਦੇ ਸਿਰ ਦਰਦ ਦੀ ਗੋਲੀ ਨਹੀਂ ਦਿੱਤੀ ਹੈ, ਕਦੇ ਕੋਈ ਸਾਧ ਸੰਗਤ ਜੀ ਸਾਡਾ ਕੁਛ ਵੀ ਨਹੀਂ ਕਰਿਆ, ਸਗੋਂ ਗੀਝੇ ਬੋਝੇ ਲੁੱਟ ਲਏ, ਸਭ ਕੁਝ ਸਾਡਾ ਪਹਿਲਾਂ ਹੀ। ਮੂਹੇ ਸਰਾਧ ਕਰਾਹੀ ਪਿੱਤਰ ਭੀ ਬਾਪੁਰੇ ਕਹੋ ਕਿਉਂ ਪਾਵੈ, ਕਊਆ ਕੂਕਰ ਖਾਹੀ। ਇਹ ਤੂੰ ਖਵਾਈ ਜਾ, ਜਿਹਨੂੰ ਉਹ ਵੀ ਖਾ ਗਿਆ, ਕਾਂ ਕੁੱਤਿਆਂ ਨੂੰ ਪਾਈ ਜਾ, ਤੇਰੇ ਕੀਤੇ ਹੋਏ ਸਰਾਧਾਂ ਦਾ ਕੋਈ ਫਲ ਨਹੀਂ ਹੋਣਾ। ਮੋਹ ਕੋ ਕੁਸਲ ਬਤਾਵਹੁ ਕੋਈ। ਜਿਸ ਵੇਲੇ ਸਰਾਧ ਛਕਾਉਂਦੇ ਆ ਤਾਂ ਕਹਿੰਦੇ ਬ੍ਰਾਹਮਣ ਵਿੱਚ ਆ ਕੇ ਬੈਠਦਾ, ਜਦੋਂ ਸਾਰੇ ਪ੍ਰਸ਼ਾਦ ਛਕ ਲੈਂਦੇ ਨੇ, ਪਿੱਛੋਂ ਬ੍ਰਾਹਮਣ ਆਖਦਾ, ਕਹਿੰਦੇ ਹੇ ਜਜਮਾਨ ਤੈਨੂੰ ਸੁੱਖ ਹੋਵੇ, ਤੇਰੇ 'ਤੇ ਕਿਰਪਾ ਹੋਵੇ। ਅੱਗੋਂ ਜਜਮਾਨ ਕਹਿੰਦਾ ਆਪ ਜੀ ਦੀ ਕਿਰਪਾ ਨਾਲ ਸੁੱਖ ਹੈ। ਕਬੀਰ ਸਾਹਿਬ ਪੁੱਛਦੇ ਨੇ ਉਹ ਜਿਹੜਾ ਪੁਰਸ਼ ਤੈਨੂੰ ਸੁੱਖ ਪ੍ਰਾਪਤ ਹੋਇਆ ਉਸ ਸੁੱਖ ਨੂੰ ਕੋਈ ਦੱਸੋ। ਐਸੇ ਬ੍ਰਾਹਮਣ ਸਾਧ ਸੰਗਤ ਜੀ ਕਹਿੰਦੇ ਭੇਡਾਂ ਦੀ ਚਾਲ ਵਾਂਗੂ ਨੇ। ਕੁਸਲ ਕੁਸਲ ਕਰਤੇ ਜਗ ਬਿਨਸੈ, ਕੁਸਲ ਭੀ ਕੈਸੇ ਹੋਈ। ਇਹ ਖੁਸ਼ੀ ਸੁੱਖ 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 ਕਰਦਿਆਂ ਸਾਰਾ ਜਗਤ ਜਿਹੜਾ ਹੈ ਨਾਸ ਹੋਈ ਜਾਂਦਾ, ਪਰ ਰੱਬ ਦੀ ਖੁਸ਼ੀ ਕਿਸੇ ਦੇ ਪੱਲੇ ਨਹੀਂ ਪਈ, ਪਰਮਾਤਮਾ ਦੀ ਖੁਸ਼ੀ ਕਿਸੇ ਦੇ ਪੱਲੇ ਨਹੀਂ ਪਈ। ਤਾਂ ਸਾਧ ਸੰਗਤ ਜੀ ਤੂੰ ਸੁੱਖ ਕਿੱਥੋਂ ਭਾਲਦਾ, ਇੱਥੇ ਵਿਸਰਾਮ ਦੇ ਕੇ ਦੱਸਦੇ ਨੇ, ਕਿਉਂਕਿ ਅਸੀਂ ਕਈ ਗੱਲਾਂ ਨੂੰ ਨਾ ਬੁਰਾ ਮਨਾਉਂਦੇ ਹਾਂ। ਹੁਣ ਦੱਸੋ ਆ ਗੁਰਬਾਣੀ ਨੂੰ ਮੈਂ ਅਰਥ ਕਰਕੇ ਮੈਂ ਗਲਤ ਅਰਥ ਕਿਉਂ ਕਰਾਂ, ਮੈਂ ਗਲਤ ਅਰਥ ਕਿਵੇਂ ਕਰ ਦੇਵਾਂ। ਹੁਣ ਸੁਣੋ ਆ ਬਾਣੀ ਕੀ ਕਹਿੰਦੀ ਹੈ। ਮਾਟੀ ਕੇ ਕਰ ਦੇਵੀ ਦੇਵਾ, ਤਿਸ ਆਗੇ ਜਿਉ ਦੇਹੀ। ਮਾਟੀ ਕੇ ਕਰ ਦੇਵੀ ਦੇਵਾ, ਮਿੱਟੀ ਦੀਆਂ ਪੱਥਰ ਦੀਆਂ ਮੂਰਤੀਆਂ ਬਣਾ ਲੈਂਦਾ ਨਾ ਬੰਦਾ, ਜਾਂ ਲੱਕੜ ਦੀਆਂ ਘੜ ਲੈਂਦਾ, ਲੱਕੜ ਦੀਆਂ ਘੜ ਕੇ ਮੂਰਤੀਆਂ ਮਿੱਟੀ ਦੀਆਂ ਪੱਥਰ ਦੀਆਂ ਉਹਦੇ 'ਤੇ ਰੰਗ ਰੁੰਗ ਕਰਕੇ ਫਿਰ ਉਹਦੇ ਅੱਗੇ ਪ੍ਰਸਾਦ ਰੱਖਦਾ, ਫਿਰ ਮੱਥਾ ਟੇਕਦਾ, ਉਹਦੇ ਮੱਥੇ 'ਚ ਸੰਧੂਰ ਲਾਉਂਦਾ, ਕੋਈ ਲੱਡੂ, ਕੋਈ ਚੂਰਮਾ, ਕੋਈ ਬਦਾਣਾ, ਕੋਈ ਖੀਰ ਰੱਖਦਾ। ਆ ਸੁਣੋ ਨਾ, ਮਾਟੀ ਕੇ ਕਰ ਦੇਵੀ ਦੇਵਾ, ਤਿਸ ਆਗੇ ਜੀਓ ਦੇਹੀ। ਕਈ ਸਾਧ ਸੰਗਤ ਉਹਦੇ ਅੱਗੇ ਬੱਕਰਾ ਵੱਢ ਕੇ ਦਿੰਦੇ ਨੇ, ਕੋਈ ਗਧਾ ਮਾਰ ਕੇ, ਕੋਈ ਝੋਟਾ ਮਾਰ ਕੇ ਜੀਵ ਦੀ ਬਲੀਦਾਨ ਦਿੰਦੇ ਹਨ। ਐਸੇ ਪਿਤਰ ਤੁਮਾਰੇ ਕਹੀਏ ਹੈ, ਆਪਨ ਕਹਿਆ ਨ ਲੇਹੀ। ਤੁਹਾਡੇ ਪਿੱਤਰ ਇਸ ਤਰ੍ਹਾਂ ਕਿਸ ਤਰ੍ਹਾਂ ਦੇ ਕਹੇ ਜਾਂਦੇ ਨੇ ਜੋ ਆਪ ਕਹਿ ਕੇ ਨਹੀਂ ਲੰਘਦੇ।
ਜਾਂ ਤਾਂ ਉਹ ਮਿੱਟੀ ਦੀ ਸਾਧ ਸੰਗਤ ਮੂਰਤੀ ਨੂੰ, ਲੱਕੜ ਦੀ ਮੂਰਤੀ ਨੂੰ ਕਹੋ ਵੀ ਉਹ ਆਪ ਮੰਗੇ, ਬੋਲ ਕੇ ਮੰਗੇ, ਫਿਰ ਤਾਂ ਤੁਸੀਂ ਦਿੰਦੇ ਵੀ ਸੋਹਣੇ ਲੱਗਦੇ ਉਹਨੂੰ ਭੋਜਨ। ਆਪਨ ਕਹਿਆ ਨਾ ਲੇਹੀ, ਉਹ ਆਪ ਭੇਟਾ, ਮੈਂ ਫਲਾਣੇ ਦੇਵਤੇ ਨੂੰ ਭੇਟਾ, ਮੈਂ ਆਹ ਦੇਵੀ ਤੇ ਚੱਲਿਆ, ਮੈਂ ਆਹ ਦੇਵੀ ਤੇ, ਮੈਂ ਸੂਰਜ ਨੂੰ ਪਾਣੀ ਦੇਣ ਚੱਲਿਆ, ਮੈਂ ਉਹਨੂੰ ਖੀਰ ਦੇਣ ਚੱਲਿਆ, ਮੈਂ ਉਹਨੂੰ ਆਹ ਭੇਟਾ ਦੇਣ ਚੱਲਿਆ। ਉਹ ਪੱਥਰ ਨੇ, ਮੂਰਤੀ ਨੇ ਕੀ ਮੰਗਣਾ ਹੈ ਤੇਰੇ ਕੋਲੋਂ? ਸਰ ਜੀਓ ਕਾਟ ਹੈ ਨਿਰਜੀਓ ਪੂਜ ਹੈ, ਅੰਤ ਕਾਲ ਕਉ ਭਾਰੀ। ਹੁਣ ਤੈਨੂੰ ਚੇਤਾ ਕਰਾਉਂਦੇ ਨੇ ਕਬੀਰ ਸਾਹਿਬ, ਕਹਿੰਦੇ ਆਹ ਤੂੰ ਇਹੋ ਜਿਹੇ ਕੰਮ ਕਰਦਾ, ਘਟੀਆ ਕੰਮ। ਕਿਵੇਂ? ਸਰ ਜੀਓ ਘੱਟ ਹੈ। ਯਾਦ ਰੱਖ, ਜਿਹੜੇ ਮਨੁੱਖਾਂ ਦੇ ਵਿੱਚ ਜੀਵ ਆਤਮਾ ਹੈ, ਜਿੰਦ ਹੈ ਜਿਹਦੇ ਵਿੱਚ, ਉਹਦਾ ਤਾਂ ਤੂੰ ਗਲ ਵੱਢਦਾ ਹੈ। ਨਿਰਜੀਓ ਪੂਜੈ, ਪੱਥਰ ਵਿੱਚ ਜਿਹ 'ਚ ਜਾਨ ਨਹੀਂ ਹੈ, ਪੱਥਰ ਹੀ ਹੈ, ਤੇ ਜੀਵ ਨੂੰ ਵੱਢ ਟੁੱਕ ਕੇ ਉਹਦੇ ਅੱਗੇ ਤੂੰ ਲਿਜਾ ਕੇ ਟੁਕੜੇ ਕਰ ਕਰਕੇ ਪੂਜਾ ਕਰਨੀ ਧਰਦਾ ਹੈ। ਅੰਤ ਕਾਲ ਕੋ ਭਾਰੀ, ਇਹ ਅੰਤ ਦੇ ਸਮੇਂ ਉਹਨਾਂ ਨੂੰ ਭਾਰੀ ਦੁੱਖ ਹੋਵੇਗਾ। ਨਿਰਜੀਓ ਪੂਜੈ ਮੜਾ ਸਰੇਵੈ, ਸਭ ਬਿਰਥੀ ਘਾਲ ਗਵਾਵੈ। ਸਰ ਜੀਓ ਘੱਟ ਹੈ। ਹੁਣ ਬੱਕਰਾ ਵੱਢ ਲਿਆ, ਲੇਲਾ ਵੱਢ ਲਿਆ, ਮੁਰਗਾ ਵੱਢ ਲਿਆ, ਝੋਟਾ ਵੱਢ ਲਿਆ, ਕੱਟਾ ਵੱਢ ਲਿਆ, ਗਾਈ ਵੱਢ ਲਈ, ਅਸੀਂ ਵੱਢ ਕੇ ਨਾ ਸਾਧ ਸੰਗਤ ਜੀ ਫਿਰ ਦੇਵੀ ਦੇ ਅੱਗੇ ਧਰਦੇ ਆ ਨਾ, ਉਹ ਹੁੰਦੀ ਹੈ ਪੱਥਰ ਦੀ। ਪੱਥਰ ਨੇ ਭੋਗ ਨਹੀਂ ਲਾਉਣਾ ਤੇ ਪੱਥਰ ਨੂੰ ਪੂਜਦਾ ਤੇ ਜੀਵ ਦਾ ਗਲ ਵੱਢਦਾ ਵਿਚਾਰੇ ਦਾ। ਮਹਾਰਾਜ ਕਹਿੰਦੇ ਅੰਤ ਦੇ ਸਮੇਂ ਬੜਾ ਭਾਰੀ ਦੁੱਖ ਪਾਵੇਗਾ ਪੰਡਤ ਜੀ। ਰਾਮ ਨਾਮ ਕੀ ਗਤ ਨਹੀਂ ਜਾਣੀ, ਭੈ ਡੂਬੇ ਸੰਸਾਰੀ। ਤੂੰ ਨਾਮ ਜਪਣ ਦੀ ਮਰਜ਼ਾਦਾ ਤਾਂ ਜਾਣੀ ਨਹੀਂ, ਇਹ ਭੈਦਾਕ ਸੰਸਾਰ ਦੇ ਸਮੁੰਦਰ ਦੇ ਵਿੱਚ ਤੂੰ ਡੁੱਬੇਗਾ। ਤੈਨੂੰ ਨਾਮ ਜਪਣ ਦੀ ਜੁਗਤੀ ਕਿੱਥੇ ਮਿਲਣੀ ਸੀ? ਸੰਗਤ ਵਿੱਚ ਆ ਕੇ, ਗੁਰਮੁਖਾਂ ਦੀ ਸੰਗਤ ਕਰਕੇ, ਮਹਾਤਮਾ ਦੀ ਸੰਗਤ ਕਰਕੇ। ਰਾਮ ਨਾਮ ਕੀ ਗਤ ਨਹੀਂ ਜਾਣੀ, ਪਰਮਾਤਮਾ ਦੀ, ਪਰਮੇਸ਼ਰ ਦੇ ਨਾਮ ਦੀ ਮਿੱਤ ਮਰਜ਼ਾਦਾ ਨਹੀਂ ਜਾਣੀ ਵੀ ਜੇ ਮੇਰਾ ਭਲਾ ਹੋਊਗਾ ਸੰਗਤ ਵਿੱਚ ਆ ਕੇ ਹੋਊਗਾ। ਸੰਗਤ ਵਿੱਚ ਬੈਠ ਕੇ ਸਾਧ ਸੰਗਤ ਮਿਲ ਰਹੀ ਹੈ ਮਾਧੋ, ਜੈਸੇ ਮਦ ਮਖੀਰਾ, ਉਦੋਂ ਫਿਰ ਮਨ ਇਕਾਗਰ ਕਰਕੇ ਜਪੇਗਾ ਵਾਹਿਗੁਰੂ 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 ਵਾਹਿਗੁਰੂ। ਜਪੋ ਵਾਹਿਗੁਰੂ। ਵਾਹਿਗੁਰੂ ਬਾ ਇਉਂ ਮਹਾਰਾਜ ਕਹਿੰਦੇ ਨੇ, ਰਾਮ ਨਾਮ ਕੀ ਗਤ ਨਹੀਂ ਜਾਣੀ, ਭੈ ਡੁੱਬੈ। ਤੂੰ ਤਾਂ ਇਹ ਚੀਜ਼ ਤੋਂ ਡਰ ਕਿ ਮੈਂ ਸੰਸਾਰ ਦੇ ਵਿੱਚ ਡੁੱਬ ਰਿਹਾ, ਸੰਸਾਰ ਸਮੁੰਦਰ 'ਚ। ਜੇ ਮੈਂ ਨਾਮ ਨਹੀਂ ਜਪਦਾ, ਚੰਗਾ ਕਰਮ ਨਹੀਂ ਕਰਦਾ, ਮੇਰਾ ਬੇੜਾ ਗਰਕ ਹੋ ਰਿਹਾ ਹੈ, ਡੁੱਬ ਰਿਹਾ ਹੈ। ਤੇ ਫਿਰ ਜਿਨ੍ਹਾਂ ਦੀ ਪੂਜਾ ਕਰਦਾ ਤੂੰ, ਉਹਨਾਂ ਬਾਰੇ ਸੁਣ। ਦੇਵੀ ਦੇਵਾ ਪੂਜਹਿ ਡੋਲ ਹੈ, ਪਾਰ ਬ੍ਰਹਮ ਨਹੀਂ ਜਾਣਾ। ਦੇਵੀ ਦੇਵਤਿਆਂ ਦੀਆਂ ਮੂਰਤਾਂ ਪੂਜਦਾ ਫਿਰਦਾ, ਕਦੇ ਇੱਥੇ ਚੱਲ ਗਿਆ, ਇੱਥੇ ਚੱਲ ਗਿਆ, ਇੱਥੇ ਚੱਲ ਗਿਆ। ਆਹ ਕਲਰ ਵਾਲੀ ਹੈ, ਮੈਦਾਨ ਵਾਲੀ ਹੈ, ਆਹ ਪਹਾੜਾਂ ਵਾਲੀ ਹੈ, ਆਹ ਇਹੋ ਹੈ। ਮੇਰੇ ਸਤਿਗੁਰੂ ਪਾਤਸ਼ਾਹ ਕਹਿੰਦੇ ਪਾਰ ਬ੍ਰਹਮ ਦਾ ਸਿਮਰਨ ਕਰਨਾ ਨਹੀਂ ਜਾਣਿਆ, ਪਰਮੇਸ਼ਰ ਨੂੰ ਨਹੀਂ ਜਾਣਿਆ, ਸਾਧ ਸੰਗਤੋ ਪਾਰ ਬ੍ਰਹਮ ਨਹੀਂ ਜਾਣਾ। ਦੇਵੀ ਦੇਵਾ ਪੂਜੈ ਹੈ ਡੋਲਾ ਹੈ। ਕਹਿੰਦੇ ਨਾਲੇ ਤਾਂ ਤੂੰ ਦੇਵੀ ਦੇਵਤਿਆਂ ਦੀ ਪੂਜਾ ਕਰਦਾ ਹੈ, ਫਿਰ ਚੱਲ ਹੁਣ 4 ਦਿਨ ਗੁਰਦੁਆਰੇ ਵੀ ਚੱਲੀਏ, ਕਿਸੇ ਮੰਦਿਰ ਦੇ ਵਿੱਚ ਵੀ ਚੱਲ ਕੇ ਆਈਏ, ਆਹ ਪੀਰ ਦੇ ਵੀ ਚੱਲੀਏ, ਇੱਕ ਥਾਵੇਂ ਤਾਂ ਖੜ ਜਾ ਤੂੰ ਕਿਤੇ। ਮੇਰੇ ਸਾਈਂ ਕਹਿੰਦੇ ਨੇ ਪਰਮਾਤਮਾ ਨੂੰ ਨਹੀਂ ਜਾਣ ਸਕਿਆ ਅਜੇ ਤੱਕ। ਕਹਿਤ ਕਬੀਰ ਅਕੁਲ ਨਹੀਂ ਚੇਤਿਆ, ਵਿਖਿਆ ਸਿਉ ਲਪਟਾਨਾ। ਜਿਹੜਾ ਕੁਲਾਂ ਤੋਂ ਰਹਿਤ ਪਰਮਾਤਮਾ ਹੈ, ਭਲਿਆ ਲੋਕਾ ਤੂੰ ਕਹੋ ਕਹਿਤ ਕਬੀਰ ਅਕੁਲ ਨਹੀਂ ਚੇਤਿਆ। ਤੂੰ ਅਕੁਲ, ਜਿਹੜਾ ਕੁਲਾਂ ਤੋਂ ਰਹਿਤ ਪਰਮਾਤਮਾ ਉਹਨੂੰ ਨਹੀਂ ਸਿਮਰਿਆ, ਉਹਨੂੰ ਨਹੀਂ ਚੇਤਿਆ। ਵਿਖਿਆ ਸਿਉ ਲਪਟਾਨਾ, ਤੂੰ ਤਾਂ ਵਿਸ਼ੇ ਵਿਕਾਰਾਂ ਦੇ ਵਿੱਚ, ਤੂੰ ਤਾਂ ਪਦਾਰਥਾਂ ਦੇ ਵਿੱਚ, ਮਨ ਦੇ ਇੰਦਰੀਆਂ ਦੇ ਰਸਾਂ ਵਿੱਚ ਲਪਟਿਆ ਪਿਆ ਹੈ। ਗੌੜੀ ਕਬੀਰ ਜੀ ਸਾਧ ਸੰਗਤ ਜੀ ਅੱਗੇ ਦੱਸਦੇ ਨੇ ਕਿ ਪਰਮਾਤਮਾ ਵਿੱਚ ਕਿਵੇਂ ਅਭੇਦ ਹੋਣਾ। ਧਿਆਨ ਨਾਲ ਸਮਝਿਓ ਤੁਸੀਂ, ਅਸੀਂ ਪਰਮਾਤਮਾ ਵਿੱਚ ਕਿਵੇਂ ਮਿਲ ਸਕਦੇ ਹਾਂ। ਡੂੰਘਾਈ ਤੱਕ ਆ ਬੁੱਧ ਨਾਲ ਨਾ ਇਧਰ ਨੂੰ ਧਿਆਨ ਦਿਆ ਕਰੋ, ਆਪਦੇ ਜੀਵਨ ਦੀ ਕਲਿਆਣ ਲਈ ਵੀ ਮੇਰਾ ਭਲਾ ਕਿਵੇਂ ਹੋ ਸਕਦਾ ਹੈ। ਜੀਵਤ ਮਰੈ ਮਰੈ ਫੁਨ ਜੀਵੈ, ਐਸੇ ਸੁਨ ਸਮਾਇਆ। ਸੁਨ ਹੁੰਦੀ ਹੈ ਅਫੁਰ ਸਮਾਧੀ, ਗੁਰੂ ਦੇ ਵਿੱਚ ਜੁੜ ਜਾਣਾ। ਅਫੁਰ ਸਮਾਧੀ ਇਹ ਲੱਗੂਗੀ ਕਿਵੇਂ? ਜੀਵਤ ਮਰੈ, ਮਰੈ ਫੁਨ ਜੀਵੈ।
ਕਹਿੰਦੇ ਜੇ ਤੂੰ ਜਿਉਂਦਾ ਹੀ ਮਰ ਜੇ, ਜਿਉਂਦਾ ਹੀ ਮਰ ਜੇ ਸੰਸਾਰ ਵੱਲੋਂ, ਆਹ ਤੁਹਾਨੂੰ ਗਾਲਾਂ ਕੱਢਦਾ ਸੀ ਭਾਈ ਕੱਢੀ ਜਾਵੇ, ਇਹ ਕਿਹੜਾ ਜਿਉਂਦਾ ਤਾਂ ਮਰਿਆ, ਆਹ ਤੁਹਾਡੀ ਨਿੰਦਿਆ ਕਰਦਾ ਸੀ ਕਰੀ ਜਾਵੇ ਭਾਈ, ਇਹ ਮਿੱਟੀ ਦੀ ਨਿੰਦਿਆ ਕੀ ਕਰਨੀ ਹੈ। ਇੱਧਰ ਬਠਿੰਡੇ ਦੇ ਏਰੀਏ ਦੇ ਵਿੱਚ ਇੱਕ ਫੌਜੀ ਰਿਟਾਇਰ ਬਹੁਤ ਬੰਦਗੀ ਵਾਲਾ ਬਜ਼ੁਰਗ ਸੀ। ਉਹ ਜਦੋਂ ਉਹਦੀ ਵਧੀਆ ਮਹਿਮਾ ਗੁਰਸਿੱਖਾਂ ਨੇ ਕੀਤੀ, ਮੇਰਾ ਵੀ ਜੀਅ ਕਰਿਆ ਵੀ ਮੈਂ ਉਹਦੇ ਦਰਸ਼ਨ ਕਰਕੇ ਆਵਾਂ। ਮੈਂ ਉਹਦੇ ਘਰੇ ਦਰਸ਼ਨ ਕਰਨ ਚਲਿਆ ਗਿਆ। ਉਹ ਵਿਚਾਰਾ ਨਹਾ ਕੇ, ਭਾਦਰੋਂ ਜੀ ਦਾ ਮਹੀਨਾ ਸੀ, ਤੇੜ ਉੱਪਰ ਦੀ ਉਹਦੇ ਧੋਤੀ ਜੀ ਬੰਨੀ ਹੋਈ, ਹੱਸੀ ਜਾਵੇ। ਅਸੀਂ ਚੁੱਪ ਕਰਕੇ ਖੜ ਗਏ, ਜਾ ਕੇ 2-3 ਸਿੰਘ ਮੇਰੇ ਨਾਲ ਹੋਰ ਸੀ, ਚੁੱਪ ਕਰਕੇ ਖੜ ਗਏ ਤੇ ਉਹਦੀ ਨੂੰਹ ਨਾਲ ਐਡੀਆਂ ਗੰਦੀਆਂ ਗਾਲਾਂ ਦੇਈ ਜਾਵੇ ਉਹਨੂੰ, ਉਹ ਹੱਸੀ ਜਾਵੇ। ਆਖਰ ਉਹਨੇ ਜਵਾਬ ਦਿੱਤਾ, ਇਹ ਤਾਂ ਲੱਕੜ ਹੈ, ਤਾਂ ਖੁੰਡ ਹੈ, ਮਾਰੀ ਜਾ ਇਹਦੇ ਵਿੱਚ, ਇਹਨੂੰ ਕੀ ਕਹੇਂਗੀ ਸਤਸੰਗ, ਖੁੰਡ ਨੂੰ ਕੀ ਕਹੇਂਗੀ ਤੂੰ। ਜਣੀ ਆਪਦੇ ਆਪ ਨੂੰ ਸੰਸਾਰ ਤੋਂ ਮਾਰ ਰੱਖਿਆ। ਕੋਈ ਬੁਰਾ ਕਹੋ ਭਾਵੇਂ ਭਲਾ ਕਹੋ, ਹਮ ਤਨ ਦੀਨੋ ਹੈ ਡਾਰ, ਜਬ ਹਮ ਸ਼ਰਨ ਪ੍ਰਭੂ ਕੀ ਆਈ, ਰਾਖ ਪ੍ਰਭੂ ਭਾਵੇਂ ਮਾਰ, ਅਬ ਹਮ ਚੱਲੀ ਠਾकुर ਪਹਿਹਾਰ, ਲੋਗਨ ਕੀ ਚਤਰਾਈ ਉਪਮਾ, ਦੇਹ ਬਸੰਤਰ ਜਾਰ। ਛੱਡ ਦੇ ਵੀ ਆਹ ਮੇਰੀ ਉਪਮਾ ਕਰੂਗਾ, ਆਹ ਮੈਨੂੰ ਸਰਟੀਫਿਕੇਟ ਦੇਊਗਾ, ਆਹ ਮੇਰੀ ਉਸਤਤ ਕਰੂਗਾ। ਨਹੀਂ 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 ਨਹੀਂ, ਕਬੀਰ ਸਾਹਿਬ ਕਹਿੰਦੇ ਜਿਉਂਦਾ ਮਰ ਜਾ ਜੇ ਤੂੰ ਸੁਣ, ਪਰਮਾਤਮਾ ਵਿੱਚ ਅਫੁਰ ਸਮਾਧੀ ਲਾਉਣੀ ਹੈ। ਅੰਜਨ ਮਾਹੇ ਨਿਰੰਜਨ ਰਹੀਐ, ਬਹੁੜ ਨ ਭਵ ਜਲ ਪਾਇਆ। ਅੰਜਨ ਹੁੰਦੀ ਹੈ ਕਾਲਖ, ਆ ਜਿਹੜੀ ਮਾਇਆ ਹੈ ਨਾ, ਸੰਸਾਰ ਹੈ ਜਿਹਦੇ ਵਿੱਚ ਅਸੀਂ ਪੁੱਤਰ ਧੀਆਂ ਕੁਟੁੰਬ ਵਿੱਚ ਰਹਿੰਦੇ ਹਾਂ, ਇਹ ਤਾਂ ਸਗੋਂ ਚੇਤਨ ਮਾਇਆ। ਜਿਹੜਾ ਪੈਸਾ ਹੈ ਉਹ ਤਾਂ ਜੜ ਮਾਇਆ। ਚੇਤਨ ਮਾਇਆ ਵਿੱਚ, ਜੜ ਮਾਇਆ ਵਿੱਚ ਰਹਿੰਦਾ ਹੋਇਆ ਅੰਜਨ ਮਾਹੇ ਨਿਰੰਜਨ ਰਹੀਐ, ਨਿਰਅੰਜਨ ਮੈਲ ਤੋਂ ਰਹਿਤ। ਰੱਬ ਨੂੰ ਕੋਈ ਕਲੰਕ ਨਹੀਂ, ਪਰਮਾਤਮਾ ਨੂੰ ਕੋਈ ਕਲੰਕ ਨਹੀਂ, ਉਹਦੇ ਉੱਤੇ ਕੋਈ ਦੋਸ਼ ਨਹੀਂ ਹੈ। ਜੇ ਤੂੰ ਉਹਦਾ ਨਾਮ ਜਪੇਗਾ ਤਾਂ ਤੇਰੇ ਉੱਤੇ ਵੀ ਕੋਈ ਕਲੰਕ ਨਹੀਂ ਲੱਗਣਾ। ਬਹੁੜ ਨਾ ਭਵ ਜਲ ਪਾਇਆ, ਕਹਿੰਦੇ ਫਿਰ ਤੂੰ ਜੰਮਣ ਮਰਨ ਦੇ ਚੱਕਰ ਵਿੱਚ ਨਹੀਂ ਪੈਣਾ। ਮੇਰੇ RAM ਐਸਾ ਖੀਰ ਬਿਲੋਈਐ। ਇੱਥੇ ਖੀਰ ਦਾ ਅਰਥ ਹੈ ਦੁੱਧ। ਹੇ ਮੇਰੇ RAM ਐਸਾ ਖੀਰ, ਹੈ ਭਾਈ ਨਿਸਕਾਮ ਕਰਨ ਰੂਪੀ ਦੁੱਧ ਨੂੰ ਮੱਥ। ਕੋਈ ਵੀ ਕੰਮ ਕਰਕੇ ਇਹ ਨਾ ਆਖ ਵੀ ਮੇਰਾ ਨਾਂ ਲਿਖਣਗੇ ਜਾਂ ਮੈਨੂੰ ਚੰਗਾ ਕਹਿਣਗੇ ਜਾਂ ਮੇਰਾ ਹੀ ਝੰਡਾ ਝੂਲੂਗਾ, ਨਹੀਂ। ਇਹ ਮੇਰੇ RAM ਐਸਾ ਖੀਰ ਬਲੋਈਆ, ਐਸਾ ਇਹ ਨਿਸਕਾਮ ਰੂਪੀ ਦੁੱਧ ਜਿਹੜਾ ਇਹਨੂੰ ਐਸਾ ਬਲੋਈਏ, ਮੱਥ ਨਾ ਕਰੀਏ। ਗੁਰਮਤਿ ਮਨੁਆ ਆਸਥਿਰ ਰਾਖੋ। ਹਰ ਕਾ ਬਲੋਭ ਨਾ ਬਲੋਭੋ ਮੇਰੇ ਭਾਈ, ਸਹਿਜ ਬਲੋਭੋ ਜੈਸੇ ਤਤ ਨਾ ਜਾਈ। ਕਿਉਂਕਿ ਦੁੱਧ ਰਿੜਕਣ ਦਾ ਹਿਸਾਬ ਹੁੰਦਾ। ਜਿਹੜੀਆਂ ਸਿਆਣੀਆਂ ਬੁੜੀਆਂ ਉਹ ਸਰਦੀਆਂ ਦੇ ਮਹੀਨੇ ਦੇ ਵਿੱਚ, ਠੰਡ ਦੇ ਵਿੱਚ ਗਰਮ ਪਾਣੀ ਪਾਉਣਗੀਆਂ, ਗਰਮੀਆਂ ਦੇ ਮਹੀਨੇ 'ਚ ਠੰਡਾ ਪਾਣੀ ਪਾਉਣਗੀਆਂ। ਤੇ ਸਾਧ ਸੰਗਤ ਜੀ ਵੀ ਬਲੋਈਏ, ਮੱਥੀਏ, ਮੱਖਣ ਖਰਾਬ ਨਾ ਹੋ ਜੇ। ਜੇ ਤੂੰ ਮੱਥ ਕੇ ਅੰਦਰੋਂ ਪਰਮਾਤਮਾ ਦੇ ਨਾਮ ਨੂੰ ਕੱਢਣਾ ਹੈ, ਸਹਿਜੇ ਸਹਿਜੇ ਕੋਈ ਤੈਨੂੰ ਬੁਰਾ ਕਹੀ ਜਾਵੇ, ਕੋਈ ਤੈਨੂੰ ਭਲਾ ਕਹੀ ਜਾਵੇ, ਤੂੰ ਰੱਬ ਦੇ ਚਰਨਾਂ ਵਿੱਚ ਜੋੜ ਕੇ ਵਾਹਿਗੁਰੂ ਨੂੰ ਜਪਿਆ ਕਰ, ਤਾਂ ਤੇਰਾ ਬੇੜਾ ਪਾਰ ਹੋ ਜਾਵੇਗਾ। ਇਨ ਵਿਦ ਅੰਮ੍ਰਿਤ ਪੀਓਈਐ। ਇਨ ਵਿਦ ਅੰਮ੍ਰਿਤ ਪੀਓਈ ਹੈ। ਨਾਮ ਰੂਪੀ ਅੰਮ੍ਰਿਤ ਇਸ ਵਿਧੀ ਦੁਆਰਾ ਪੀਤਾ ਜਾ ਸਕਦਾ ਹੈ ਜਿਹੜੇ ਨਾਮ ਜਪਦੇ ਨੇ। ਰਹਾਉ। ਵਿਸਰਾਮ ਦੇ ਕੇ ਸਤਿਗੁਰੂ ਕਹਿੰਦੇ ਨੇ, ਗੁਰ ਕੈ ਬਾਣ ਵਜਰ ਕਲ ਛੇਦੀ, ਪ੍ਰਗਟਿਆ ਪਦ ਪ੍ਰਗਾਸਾ। ਜਿਵੇਂ ਅਸੀਂ ਕਿਸੇ ਦੇ ਤੀਰ ਮਾਰਦੇ ਆ ਨਾ, ਕੋਈ ਸ਼ਿਕਾਰੀ ਹੈ, ਜਾਨਵਰ ਦੇ ਮਾਰਦਾ, ਕਿਸੇ ਦੇ ਵੀ ਮਾਰਦਾ ਹੈ, ਇਸੇ ਤਰ੍ਹਾਂ ਆ ਮੇਰੇ ਮਨ ਰੂਪੀ ਸਾਧ ਸੰਗਤ ਜੀਓ ਸ਼ੇਰ ਦੇ ਮੇਰੇ ਗੁਰੂ ਨੇ ਤੀਰ ਮਾਰਿਆ। ਕਾਹਦਾ ਤੀਰ ਮਾਰਿਆ? ਬਾਣੀ ਦਾ ਤੀਰ ਮਾਰਿਆ। ਕਬੀਰ ਸਤਿਗੁਰ ਸੂਰਮੇ ਬਾਹਿਆ ਬਾਣ ਜੋ ਏਕ, ਲਾਗਤ ਹੀ ਭੋਏ ਗਿਰ ਪਰਿਆ, ਪਰਾ ਕਰੇ ਜੇ ਛੇਕ। ਮੇਰੇ ਕਾਲਜੇ ਛੇਦ ਹੋ ਗਏ ਜਦੋਂ ਬਾਣੀ ਦੇ ਤੀਰ ਮਾਰੇ ਗੁਰੂ। ਸੱਜਣ ਠੱਗ ਦੇ ਤੀਰ ਮਾਰਿਆ ਨਾ, ਸੰਤ ਬਣ ਗਿਆ। ਕੌਡੇ ਰਕਸ਼ ਦੇ ਤੀਰ ਮਾਰਿਆ ਨਾ, ਦੇਵਤਾ ਬਣ ਗਿਆ। ਭੂਮੀਏ ਚੋਰ ਦੇ ਤੀਰ ਮਾਰਿਆ ਨਾ, ਸੰਤ ਬਣ ਗਿਆ, ਸਾਧ ਬਣ ਗਿਆ। ਸੋ ਗੁਰੂ ਨੇ ਜਦੋਂ ਵਜਰ ਕਲ ਛੇਦੀ, ਕਹਿੰਦੇ ਗੁਰੂ ਨੇ ਨਾ ਉਪਦੇਸ਼ ਰੂਪੀ ਵਜਰ, ਸ਼ਾਸਤਰ ਦੇ ਕਲਪਨਾ ਭਾਵ ਇਹ ਅਵਿਦਿਆ ਰੂਪੀ ਛੇਦੀ ਕੱਟੀ ਗਈ। ਜਿਹੜੀ ਅਵਿਦਿਆ ਸੀ ਨਾ ਅੰਦਰ, ਅਗਿਆਨਤਾ, ਗੁਰੂ ਦੇ ਸ਼ਬਦ ਦੇ ਤੀਰ ਨਾਲ ਕੱਟੀ ਗਈ।
ਅੰਦਰ ਸ਼ਬਦ ਦਾ ਪ੍ਰਕਾਸ਼ ਹੋ ਗਿਆ, ਭਾਵ ਰੱਬ ਦਾ ਗਿਆਨ ਹੋ ਗਿਆ। ਸਖਤ ਅਧੇਰ ਜੇਵੜੀ ਭ੍ਰਮ ਚੂਕਾ ਨਿਹਚਲ ਸਿਵ ਘਰ ਵਾਸਾ। ਜਿਵੇਂ ਸਾਧ ਸੰਗ ਸਖਤ ਅੰਧੇਰ, ਜਿਵੇਂ ਪ੍ਰਤੱਖ ਹਨੇਰੇ ਦੀ ਸ਼ਕਤੀ ਕਰਕੇ ਨਾ ਰੱਸੀ ਵਿੱਚ ਸੱਪ ਦਾ ਭਰਮ ਪੈ ਜਾਂਦਾ। ਆਪਾਂ ਨੂੰ ਕਈ ਵਾਰੀ ਅੰਦਰ ਰੱਸੀ ਪਈ ਹੁੰਦੀ ਹੈ ਕਿ ਸੱਪ ਹੈ, ਸੀ ਤਾਂ ਭਰਮ। ਦੀਵੇ ਦੇ ਪ੍ਰਕਾਸ਼ ਨਾਲ ਉਹ ਹਨੇਰਾ ਦੂਰ ਹੋ ਗਿਆ, ਰੱਸੀ ਵਿੱਚ ਸੱਪ ਦਾ ਭਰਮ ਚੁੱਕਿਆ ਗਿਆ ਤੇ ਉਹ ਘਰ ਵਿੱਚ ਹੁਣ ਸਾਰੇ ਡਰਨੋਂ ਹਟ ਗਏ, ਸੁੱਖ ਹੋ ਗਿਆ। ਇਹਦੇ ਅੰਦਰ ਵੀ ਭਰਮ ਨੇ, 5 ਪ੍ਰਕਾਰ ਦੇ ਭਰਮ ਨੇ। ਭਰਮੀ ਤੇ ਵਹਿਮੀ ਬੰਦਾ ਇਹ ਤਾਂ ਰੱਬ ਤੇ ਯਕੀਨ ਨਹੀਂ ਕਰਦਾ, ਹੋਰ ਕਿਸੇ ਤੇ ਕੀ ਕਰੇਗਾ। ਜਦੋਂ ਗੁਰੂ ਨੇ ਗਿਆਨ ਦਾ ਦੀਵਾ ਜਗਾਤਾ ਤੇ ਅੰਦਰੋਂ ਭਰਮ ਦਾ ਹਨੇਰਾ ਦੂਰ ਹੋ ਗਿਆ। ਦਿਨ ਦਿਨ ਬਾਣੈ ਧਨਖ ਚੜਾਈਐ ਇਹੋ ਜਗ ਵਿਦਿਆ ਭਾਈ। ਤਿਸ ਮਾਇਆ ਦੇ ਪ੍ਰਤੱਖ ਧਨਖ ਬਾਣ ਚੜਾਏ ਤੋਂ ਬਿਨਾਂ ਹੀ ਅੰਤਰੀਵ ਧਨਖ ਬਾਣ ਚੜਾ ਕੇ ਭਾਈ ਤੂੰ ਇਸ ਸੰਸਾਰ ਨੂੰ ਵਿੰਨ ਦਿੱਤਾ ਹੈ। ਭਾਵ ਅਸ਼ੁੱਧ ਮਨ ਧੁਨਖ ਹੈ, ਅਵਿਚਾਰ ਰੂਪੀ ਚਿਲਾ ਹੈ, ਅਪਰੇਮ ਰੂਪ ਬਾਣ ਹੈ। ਇਹ ਸਤਿਗੁਰੂ ਮਹਾਰਾਜ ਕਹਿੰਦੇ ਕਿਵੇਂ ਚੱਲਦੇ ਨੇ। ਦਹ ਦਿਸ ਬੂਢੀ ਪਵਨ ਚੁਲਾਵੇ ਡੋਰ ਰਹੀ ਲਿਵ ਲਾਈ। ਜੀਵ ਦੀ ਇਹ ਦੇਹ ਰੂਪੀ ਬੂਢੀ, ਇਹ ਗੁੱਡੀ ਹੈ। ਗੁੱਡੀ ਕਿਹਨੂੰ ਕਹਿੰਦੇ ਨੇ? ਪਤੰਗ ਨੂੰ। ਜਿਹੜਾ ਪਤੰਗ ਉੱਪਰ ਉੱਡਦਾ ਨਾ ਉਹਨੂੰ ਕਹਿੰਦੇ ਨੇ। ਇਹ ਸਾਧ ਸੰਗਤ ਜੀ ਦੇਹ ਰੂਪੀ ਗੁੱਡੀ ਨੂੰ ਮਾਇਆ ਦੀ ਵਾਸ਼ਨਾ ਰੂਪੀ ਪੌਣ ਦਸੋ ਦਿਸ਼ਾ ਵਿੱਚ ਫਰਾ ਰਹੀ ਹੈ। ਮਾਇਆ ਦੀ ਪੌਣ ਇਹਨੂੰ ਕਦੇ ਕਿਧਰੇ ਲੈ ਜਾਂਦੀ ਹੈ, ਕਦੇ ਕਿਧਰੇ ਲੈ ਜਾਂਦੀ ਹੈ। ਇਸ ਕਰਕੇ ਜੀਵ ਦੀ ਜਿਹੜੀ ਲਿਵ ਰੂਪ ਡੋਰੀ ਤੇ ਸਮਾਇਆ ਵਿੱਚ ਲੱਗੀ ਹੈ, ਝੁਲਾਵੈ ਡੋਰ ਰਹੀ ਲਿਵਲਾਈ। ਮਾਇਆ ਰੂਪੀ ਗੁੱਡੀ ਪਤੰਗ ਦੇ ਨਾਲ ਇਹਦੀ ਲਿਵ ਰੂਪੀ ਡੋਰ ਲੱਗੀ ਹੋਈ ਹੈ। ਸੁਨ ਮਨ ਮਨੁਆ ਸੁਨ ਸਮਾਨਾ ਦੁਬਿਧਾ ਦੁਰਮਤ ਭਾਗੀ। ਉਹਨਾਂ ਦਾ ਮਨ ਮਨੁਆ ਮਨੌਤ ਵੱਲੋਂ ਹਟ ਕੇ ਅਸੀਂ ਇੱਧਰ ਤੁਰੇ ਫਿਰਦੇ, ਇਹਨੂੰ ਮੰਨਦੇ ਆ, ਇਹਨੂੰ ਮੰਨਦੇ ਆ, ਉਧਰੋਂ ਮੁੜਿਆ ਆ, ਹੁਣ ਗੁਰੂ ਨਾਨਕ ਦੇ ਚਰਨਾਂ ਵਿੱਚ ਜੁੜ ਗਿਆ। ਸੁਨ ਮਹਾਰਾਜ ਕਹਿੰਦੇ ਨੇ ਉਨ ਮਨ ਮਨੁਆ ਸੁਨ ਸਮਾਨਾ ਦੁਬਿਧਾ ਦੁਰਮਤ ਭਾਗੀ। ਜਦੋਂ ਰੱਬ ਦਾ ਨਾਮ ਅੰਦਰ ਆ ਵਸਿਆ ਨਾ, ਟਿਕਾ ਹੋ ਗਿਆ, ਸੁਨ ਸਮਾਧੀ ਲੱਗ ਗਈ। ਫਿਰ ਸਾਈਂ ਕਹਿੰਦੇ ਅੰਦਰ ਜਿਹੜੀ ਦੁਬਿਧਾ ਸੀ ਨਾ, ਦੁਬਿਧਾ ਕਿਹਨੂੰ ਕਹਿੰਦੇ ਨੇ? ਰੱਬ ਹੈ ਪਤਾ ਨਹੀਂ ਨਾ ਹੈ, ਦੁਬਿਧਾ ਹੋ ਗਈ ਨਾ। ਆਹ ਕੰਮ ਸਾਡਾ ਅਰਦਾਸ ਤਾਂ ਕਰਤੀ, ਹੋਊਗਾ ਪਤਾ ਨਹੀਂ ਨਾ ਹੋਊਗਾ, ਦੁਬਿਧਾ ਨਾ। ਸਾਧ ਸੰਗਤ ਜੀਓ, ਔਰ ਹਰ ਗੱਲ ਦੇ ਵਿੱਚ ਜੀਵ ਦੁਬਿਧਾ ਕਰਦਾ। ਕੋਈ ਬਿਰਲੇ ਨੇ ਜਿਹੜੇ ਰੱਬ ਦੇ ਪਿਆਰ ਵਿੱਚ ਜੁੜ ਕੇ ਸਿਰਫ ਰੱਬ ਨੂੰ ਸਮਰਪਿਤ ਨੇ। ਮਹਾਰਾਜ ਕਹਿੰਦੇ ਨੇ ਇਹ ਦੁਬਿਧਾ ਦੁਰਮਤ ਭਾਗੀ। ਅੰਦਰੋਂ ਖੋਟੀ ਬੁੱਧੀ ਚਲੀ ਗਈ ਜਿਹੜੀ ਮਾੜਾ ਸੋਚਦੀ ਸੀ। ਕਹੋ ਕਬੀਰ ਅਨਭਉ ਇਕ ਦੇਖਿਆ RAM ਨਾਮ ਲਿਵ ਲਾਗੀ। ਜਿਨ੍ਹਾਂ ਦੀ RAM ਨਾਮ ਨਾਲ ਪ੍ਰਭੂ ਨਾਲ ਬਿਰਤੀ ਲੱਗ ਗਈ ਨਾ, ਉਹਨਾਂ ਨੇ ਅਨਭਉ ਗਿਆਨ ਰੂਪ ਪਰਮੇਸ਼ਰ ਨੂੰ ਦੇਖ ਲਿਆ। ਗਿਆਨ ਦੁਆਰਾ ਪਰਮਾਤਮਾ ਦਾ ਜਦੋਂ ਗਿਆਨ ਹੋ ਗਿਆ ਨਾ, ਬਾਣੀ ਦਾ ਰਸ ਆਉਣ ਲੱਗ ਗਿਆ, ਨਾਮ ਸਿਮਰਨ ਵਿੱਚ ਜੁੜ ਗਿਆ। ਕਹੋ ਕਬੀਰ ਅਨਭਉ ਇਕ ਦੇਖਿਆ RAM ਨਾਮ ਲਿਵ ਲਾਗੀ। ਕਬੀਰ ਸਾਹਿਬ ਕਹਿੰਦੇ ਜਿਨ੍ਹਾਂ ਦੀ RAM ਨਾਮ ਪ੍ਰਭੂ ਦੇ ਨਾਲ ਇੱਕ ਲਿਵ ਲੱਗੀ ਹੈ, ਉਹਨਾਂ ਨੇ ਭਾਈ ਅਨਭਉ ਗਿਆਨ ਨੂੰ, ਪਰਮੇਸ਼ਰ ਨੂੰ ਉਸ ਅਨਭਵੀ ਗਿਆਨ ਵਿੱਚ ਦੀ ਵੇਖ ਲਿਆ। ਕਿਉਂਕਿ ਜੈਸਾ ਸਤਿਗੁਰ ਸੁਣੀਂਦਾ ਤੈਸੋ ਹੀ ਮੈਂ ਡੀਠ। ਵਿਛੜਿਆ ਮੇਲੇ ਪ੍ਰਭੂ ਹਰ ਦਰਗਹਿ ਕਾ ਵਸੀਠ। ਹਰ ਨਾਮੋ ਮੰਤਰ ਦੜਾਈਂਦਾ ਕੱਟੇ ਹਉ ਮੈਂ ਰੋਗ। ਉਹਦੇ ਨਾਲ ਮਿਲ ਕੇ ਸਾਧ ਸੰਗਿਓ ਲਿਵ ਕਿਵੇਂ ਲੱਗੀ? ਸੰਗਤ ਵਿੱਚ ਆ ਕੇ ਜਦੋਂ ਮਨ ਰੱਬੀ ਜਿਹੜਾ ਸ਼ਬਦ ਸੀ ਉਹਦੇ ਨਾਲ ਸੁਰਤ ਜੁੜ ਕੇ ਕਹਿੰਦਾ ਵਾਹਿਗੁਰੂ 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 ਜਪੋ ਵਾਹਿਗੁਰੂ। ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਇਕਾਗਰ ਮਨ ਨਾਲ ਜਪਿਆ ਹੋਇਆ ਨਾਮ ਬਸ ਇੰਨਾ ਚਿਰ ਹੀ ਬਹੁਤ ਹੈ। ਇਹ ਘੜੀਆਂ ਸਾਨੂੰ ਨਾ ਸਾਈ ਘੜੀ ਸੁਲੱਖਣੀ 100 ਨਾਲ ਵਿਹਾਵੇ। ਜਿਹੜੀ ਘੜੀ ਰੱਬ ਦੀ ਯਾਦ ਵਿੱਚ ਗੁਜ਼ਰਦੀ ਹੈ ਨਾ,
ਇਹ ਬੰਨੇ ਹੋਏ ਨੂੰ ਛਡਾ ਲੂ ਵੀ ਕਿਤੇ ਇਹਦੇ ਵਿੱਚ ਤੇਰਾ ਭਲਾ ਹੈ। ਆਓ ਸਤਸੰਗੀਓ, ਸਾਰੇ ਤੁਸੀਂ ਬਹੁਤ ਉੱਤਮ ਕਰਮਾਂ ਵਾਲੇ ਵੱਡੇ ਭਾਗਾਂ ਵਾਲੇ ਹੋ, ਜਿਨ੍ਹਾਂ ਨੇ ਸੰਗਤ ਵਿੱਚ ਬੈਠ ਕੇ, ਰੱਬ ਦੇ ਪਿਆਰ ਵਿੱਚ ਬੈਠ ਕੇ ਰੱਬੀ ਬਾਣੀ ਦੀ ਕਥਾ ਸੁਣੀ ਆ। ਗੁਰੂ ਕਿਰਪਾ ਕਰੇ, ਸਾਰਿਆਂ ਦੇ ਉੱਤੇ ਬਖਸ਼ਿਸ਼ ਕਰੇ, ਸਾਰਿਆਂ ਨੂੰ ਆਤਮਿਕ ਸੁੱਖ ਨਾਮ ਸਿਮਰਨ ਦੀ ਦਾਤ ਬਖਸ਼ਿਸ਼ ਕਰੇ। ਰੋਜ਼ ਬੇਨਤੀਆਂ ਕਰਦਾ ਮੈਂ ਕਿ ਆਪਣੇ ਗੁਰੂ ਘਰ ਭਾਈ ਹਾਲ ਦੀ ਸੇਵਾ ਚੱਲ ਰਹੀ ਆ, ਜਿਨ੍ਹਾਂ ਨੇ ਕੋਈ ਸਰੀਆ ਦੇਣਾ ਹੈ, ਸੀਮੈਂਟ ਦੇਣਾ ਹੈ, ਇੱਟਾਂ ਤਾਂ ਆ ਗਈਆਂ ਆਪਣੀਆਂ, ਹੋਰ ਭਾਈ ਜਿਹੜੇ ਕੋਈ ਹੱਥੀਂ ਸੇਵਾ ਕਰ ਸਕਦੇ ਆ ਆਪਣੇ ਹੱਥੀਂ, ਉਹ ਰੋਜ਼ ਸੇਵਾਦਾਰ ਸਾਧ ਸੰਗਤ ਜੋ ਲੱਗੇ ਹੁੰਦੇ ਨੇ। ਪੁਰਾਣੀਆਂ ਨਿਉਆਂ, ਪੁਰਾਣੀਆਂ ਇੱਟਾਂ ਨੇ ਸਾਧ ਸੰਗਤ ਜੀ। ਉਦੋਂ ਇਹ ਸੀ ਬਲਗਣ ਹੈ ਨਹੀਂ ਸੀ, ਕੁੱਤੇ ਬਿੱਲੇ ਡੰਗਰ ਪਸ਼ੂ ਆਉਂਦੇ ਸੀ ਵੀ ਕਿਹੜਾ ਬਲਗਣ ਹੋ ਜੇ, ਸਾਧ ਸੰਗਤ ਚਾਰ ਦੁਆਰੀ ਗੁਰੂ ਘਰ ਦੀ ਹੋ ਜੇ। ਪਰ ਉਹ ਹੁਣ ਉੱਥੇ ਜਦੋਂ ਇਮਾਰਤ ਬਣਾਉਣੀ ਆ, ਉਹ ਕੰਧ ਕਮਜ਼ੋਰ ਹੈ, ਉਹਦੇ ਵਿੱਚ ਪਿੱਲਰ ਪੁੱਲਰ ਖੜ੍ਹੇ ਕਰਕੇ ਪੂਰੀ ਮਜ਼ਬੂਤੀ ਨਾਲ ਕੰਧ ਲੈ ਕੇ ਆਉਣੀ ਹੈ ਹੇਠੋਂ। ਸੋ ਉਹ ਸੇਵਾਵਾਂ ਚੱਲ ਰਹੀਆਂ ਨੇ, ਕੋਈ ਇੱਟਾਂ ਘੜਨੀਆਂ ਹੁੰਦੀਆਂ, ਕੋਈ ਉੱਧਰ ਨਿਉ ਪੱਟਣੀ ਹੁੰਦੀ ਹੈ। ਮਾਈ ਭਾਈ ਸੇਵਾ ਵਿੱਚ ਆ ਕੇ ਆਪਣਾ ਜੀਵਨ ਸਫਲਾ ਕਰੋ। ਬੇਅੰਤ ਸੰਗਤਾਂ ਦੇ ਵੱਲੋਂ ਥੋੜ੍ਹੀ ਥੋੜ੍ਹੀ ਬਹੁਤੀ ਮਾਇਆ ਆਈ, ਉਹ ਗੁਰੂ ਰਹਿਮਤ ਕਰੇ, ਸੱਚੇ ਪਾਤਸ਼ਾਹ ਕਿਰਪਾ ਕਰੇ, ਸਾਰਿਆਂ ਨੂੰ ਖੁਸ਼ੀਆਂ ਦੇਵੇ। ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ। ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਕੋਟਾਨ ਕੋਟ ਸ਼ੁਕਰਾਨਾ। ਆਓ ਸਾਰੀ ਸੰਗਤ ਨੂੰ ਗੁਰੂ ਪਿਆਰ ਵਿੱਚ ਜੁੜ ਕੇ ਅਰਦਾਸ ਬੇਨਤੀ ਕਰੋ ਗੁਰੂ ਅੱਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ